ਮੋਂਗਾ ਸਰ ਦੀ ਮੈਥ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਕਰੀਨ ਤੇ ਤੁਸੀਂ ਵੇਖ ਰਹੇ ਹੋ ਮਾਡਲ ਪ੍ਰਸ਼ਨ ਪੱਤਰ ਗਣਿਤ 2020-21 ਜਮਾਤ 8ਵੀਂ। ਪਿਆਰੇ ਵਿਦਿਆਰਥੀਓ, ਇਸ ਵੀਡੀਓ ਲੈਕਚਰ ਵਿੱਚ ਤੁਸੀਂ ਇਸ ਮਾਡਲ ਪ੍ਰਸ਼ਨ ਪੱਤਰ ਦੇ ਭਾਗ ਆੜਾ ਨਾਲ ਸੰਬੰਧਿਤ ਪ੍ਰਸ਼ਨਾਂ ਦਾ ਹੱਲ ਵੇਖੋਗੇ। ਆਓ ਸ਼ੁਰੂ ਕਰਦੇ ਹਾਂ। ਭਾਗ ਆੜਾ ਪ੍ਰਸ਼ਨ ਨੰਬਰ ਚੌਥਾ, 3/10 ਅਤੇ 9/10 ਦੇ ਵਿਚਕਾਰ ਦੋ ਪ੍ਰਮੇਯ ਸੰਖਿਆਵਾਂ ਪਤਾ ਕਰੋ। ਪਿਆਰੇ ਵਿਦਿਆਰਥੀਓ, ਪ੍ਰਸ਼ਨ ਹੱਲ ਕਰਨ ਤੋਂ ਪਹਿਲਾਂ ਇੱਕ ਬਹੁਤ ਮਹੱਤਵਪੂਰਨ ਗੱਲ ਯਾਦ ਰੱਖਣੀ ਹੈ। ਕਿਸੇ ਵੀ ਤਰ੍ਹਾਂ ਦੀਆਂ ਦੋ ਸੰਖਿਆਵਾਂ ਹੋਣ ਤੇ ਉਹਨਾਂ ਦੇ ਵਿਚਕਾਰ ਅਸੀਂ ਅਪਰਮੇਯ ਸੰਖਿਆਵਾਂ ਪਤਾ ਕਰਨੀਆਂ ਹੋਣ ਤਾਂ ਉਹ ਅਣਗਿਣਤ ਹੁੰਦੀਆਂ, ਭਾਵੇਂ ਉਹ ਪ੍ਰਾਕਿਰਤਕ ਸੰਖਿਆ ਹੈ, ਭਾਵੇਂ ਉਹ ਪੂਰਨ ਸੰਖਿਆਵਾਂ ਹੈ, ਭਾਵੇਂ ਉਹ ਇੰਟੀਜਰਸ ਨੇ ਜਿਹਨਾਂ ਨੂੰ ਅਸੀਂ ਸੰਪੂਰਨ ਸੰਖਿਆਵਾਂ ਕਹਿੰਦੇ ਆ, ਤੇ ਭਾਵੇਂ ਉਹ ਪ੍ਰਮੇਯ ਸੰਖਿਆਵਾਂ। ਯਾਨੀ ਕਿ ਇਹਨਾਂ ਸੰਖਿਆਵਾਂ ਦੇ ਵਿਚਕਾਰ ਕੋਈ ਦੋ ਲਿਖਣ ਤੋਂ ਬਾਅਦ ਉਹਨਾਂ ਦੇ ਵਿਚਕਾਰ ਅਣਗਿਣਤ ਪ੍ਰਮੇਯ ਸੰਖਿਆਵਾਂ ਪਤਾ ਕੀਤੀਆਂ ਜਾ ਸਕਦੀਆਂ। ਇੱਥੇ ਕੀ ਹੈ ਕਿ ਇਹ ਪਹਿਲਾਂ ਹੀ P/Q ਰੂਪ ਦੇ ਵਿੱਚ ਹੈ, ਯਾਨੀ ਕਿ ਬਟਿਆਂ ਵਾਲੀਆਂ ਰਕਮਾਂ। ਇਹਨੂੰ ਅਸੀਂ ਭਿੰਨਾਂ ਵੀ ਕਹਿ ਸਕਦੇ ਹਾਂ ਕਿਉਂਕਿ ਪਲੱਸ ਦੀਆਂ, ਤੇ ਇਹਨਾਂ ਨੂੰ ਪ੍ਰਮੇਯ ਸੰਖਿਆ ਵੀ ਕਹਿ ਸਕਦੇ ਹਾਂ। ਇਹਨਾਂ ਦੇ ਵਿਚਕਾਰ ਜਦੋਂ ਅਸੀਂ ਦੋ ਸੰਖਿਆਵਾਂ ਪਤਾ ਕਰਨੀਆਂ, ਪਹਿਲਾਂ ਅਸੀਂ ਕਿਸ ਗੱਲ ਤੇ ਨਜ਼ਰ ਮਾਰਾਂਗੇ ਕਿ ਕੀ ਹਰ ਸਮਾਨ ਹਨ। ਬਿਲਕੁਲ ਹਰ ਸਮਾਨ ਹਨ। ਜੇ ਹਰ ਸਮਾਨ ਨਾ ਹੋਣ ਤਾਂ ਸਾਨੂੰ ਪਹਿਲਾਂ ਹਰ ਸਮਾਨ ਕਰਨੇ ਬਹੁਤ ਜ਼ਰੂਰੀ ਹੈ। ਇੱਥੇ ਹਰ ਸਮਾਨ ਨੇ। ਫਿਰ ਅਸੀਂ ਵੇਖਦੇ ਹਾਂ ਕਿ ਅਸੀਂ ਕਿੰਨੀਆਂ ਸੰਖਿਆਵਾਂ ਪਤਾ ਕਰਨੀਆਂ, ਕੇਵਲ ਦੋ। ਅਸੀਂ ਸਿਰਫ ਅੰਸ਼ ਤੇ ਨਜ਼ਰ ਮਾਰਨੀ ਹੈ, ਪਹਿਲੇ ਤੇ ਦੂਜੇ ਤੇ। ਕੀ 3 ਤੋਂ ਬਾਅਦ ਕੋਈ ਅਜਿਹੀ ਸੰਖਿਆ ਹੈ ਜਿਹੜੀ 9 ਤੋਂ ਪਹਿਲਾਂ ਆਉਂਦੀ? 4 5 6 7 8 ਇੰਨੀਆਂ ਸੰਖਿਆਵਾਂ ਜਿਹੜੀਆਂ 9 ਤੋਂ ਪਹਿਲਾਂ ਆਉਂਦੀਆਂ ਤੇ 3 ਤੋਂ ਬਾਅਦ ਆਉਂਦੀਆਂ। ਇਹਦਾ ਮਤਲਬ 3 ਅਤੇ 9 ਦੇ ਵਿਚਕਾਰ 4/10, 5/10 ਇਹ ਦੋ ਸੰਖਿਆਵਾਂ ਅਸੀਂ ਲਿਖ ਸਕਦੇ ਹਾਂ। ਅਸੀਂ 8/10 ਤੱਕ ਇਹ ਲੋੜੀਂਦੀਆਂ ਸੰਖਿਆਵਾਂ ਬਿਨਾਂ ਕਿਸੇ ਵਿਸ਼ੇਸ਼ ਮਿਹਨਤ ਕੀਤੇ ਪਤਾ ਕਰ ਸਕਦੇ ਹਾਂ। ਸੋ ਇਸ ਪ੍ਰਸ਼ਨ ਦੇ ਵਿੱਚ ਦੋ ਸੰਖਿਆਵਾਂ ਸਹਿਜੇ ਪਤਾ ਲੱਗ ਗਈਆਂ। 3/10 ਤੋਂ ਬਾਅਦ 4/10, 5/10 ਜੋ ਕਿ 3/10 ਅਤੇ 9/10 ਦੇ ਵਿਚਕਾਰ ਹਨ। ਅਗਲਾ ਪ੍ਰਸ਼ਨ ਪੰਜਵਾਂ, ਦਿੱਤੇ ਸਮਾਨੰਤਰ ਚਤੁਰਭੁਜ ਵਿੱਚ y ਦਾ ਮੁੱਲ ਪਤਾ ਕਰੋ। ਸਾਡੇ ਕੋਲ ਜਿਹੜੀ ਸਮਾਨੰਤਰ ਚਤੁਰਭੁਜ ਹੈ ਉਹਦੇ ਵਿੱਚ ਇਹ ਜਿਹੜੇ ਦੋ ਕੋਣ ਨੇ ਇਹ ਸਨਮੁਖ ਕੋਣ ਨੇ। ਤਾਂ ਕਿਸੇ ਵੀ ਵਿਸ਼ੇਸ਼ ਚਤੁਰਭੁਜ, ਵਰਗ ਹੋਵੇ, ਆਇਤ ਹੋਵੇ, ਸਮ ਚਤੁਰਭੁਜ ਹੋਵੇ ਤੇ ਸਮਾਂਤਰ ਚਤੁਰਭੁਜ ਹੋਵੇ, ਇਹਨਾਂ ਦੇ ਸਨਮੁਖ ਕੋਣ ਹਮੇਸ਼ਾ ਸਮਾਨ ਹੁੰਦੇ ਆ। ਇਹ y ਤੇ 80 ਡਿਗਰੀ ਸਨਮੁਖ ਕੋਣ ਹਨ। ਇਸ ਲਈ ਇਸ ਪ੍ਰਸ਼ਨ ਦੇ ਵਿੱਚ y ਦਾ ਮੁੱਲ ਹੈ ਜਿਹੜਾ ਉਹ 80 ਡਿਗਰੀ ਹੀ ਹੋਵੇਗਾ। ਪ੍ਰਸ਼ਨ ਨੰਬਰ 6, ਸੰਖਿਆ 4096 ਦਾ ਵਰਗਮੂਲ ਪਤਾ ਕਰੋ। ਫਾਈਂਡ ਦਾ ਸਕੁਅਰ ਰੂਟ ਆਫ 4096। ਪਿਆਰੇ ਵਿਦਿਆਰਥੀਓ, ਸਾਡੇ ਕੋਲ ਕਈ ਵਿਧੀਆਂ ਨੇ ਵਰਗਮੂਲ ਪਤਾ ਕਰਨ ਦੀਆਂ। ਅਭਾਜ ਗੁਣਨਖੰਡ ਵਿਧੀ ਜ਼ਿਆਦਾ ਬੱਚਿਆਂ ਨੂੰ ਸਮਝ ਆ ਜਾਂਦੀ ਹੈ। ਵੰਡ ਵਿਧੀ ਅਗਰ ਸਮਝ ਆ ਜਾਏ ਤਾਂ ਵੱਡੇ ਵੱਡੇ ਪ੍ਰਸ਼ਨਾਂ ਦਾ ਜਿਹੜਾ ਹੱਲ ਆ ਉਹ ਛੇਤੀ ਹੋ ਜਾਂਦਾ ਹੈ। ਮੈਂ ਵੰਡ ਵਿਧੀ ਨਾਲ ਇਸ ਸੰਖਿਆ ਦਾ ਜਿਹੜਾ ਹੈ ਵਰਗਮੂਲ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਸਾਡੇ ਕੋਲੇ ਸੰਖਿਆ ਹੈ 4096। ਅਸੀਂ ਪਿਛਲੇ ਪਾਸੇ ਤੋਂ ਪਹਿਲਾਂ 96 ਦਾ ਜੋੜਾ 2 ਅੰਕਾਂ ਦਾ, ਫਿਰ ਉਸ ਤੋਂ ਅੱਗੇ 2 ਅੰਕ ਹੋਰ ਨੇ ਉਹਨਾਂ ਦਾ ਜੋੜਾ ਬਣਾਵਾਂਗੇ। ਜੇ ਕਿਤੇ ਸੰਖਿਆ 3 ਅੰਕਾਂ ਦੀ ਹੁੰਦੀ ਤਾਂ ਜਿਹੜਾ ਪਹਿਲਾ ਅੰਕ ਆ ਉਹ ਇਕੱਲਾ ਹੈ, ਉਹ ਇਕੱਲੇ ਲਈ ਵਰਗਾਂ ਵਾਲਾ ਪਹਾੜਾ ਅਸੀਂ ਪੜ੍ਹਨਾ ਸੀ। ਹੁਣ ਅਸੀਂ 2 ਅੰਕਾਂ ਲਈ ਵਰਗਾਂ ਵਾਲਾ ਪਹਾੜਾ ਪੜ੍ਹਾਂਗੇ। 4 ਚੌਕੇ 16, 5 5 25, 6 6 36 ਕਹਿਣ ਦਾ ਮਤਲਬ ਹੈ ਅਸੀਂ 40 ਤੋਂ ਅੱਗੇ ਨਹੀਂ ਜਾਣਾ। ਤਾਂ ਅਸੀਂ 40 ਚੋਂ 36 ਨੂੰ ਮਾਈਨਸ ਕਰਾਂਗੇ, ਸਾਡੇ ਕੋਲੇ 4 ਬਚੇਗਾ ਤੇ ਜਿਹੜਾ ਜੋੜਾ ਹੀ ਅਸੀਂ ਨੀਚੇ ਲੈ ਕੇ ਆਉਣਾ ਹੈ। ਹੁਣ ਅਸੀਂ ਇਸ 6 ਤੇ ਇਸ 6 ਨੂੰ 12 ਬਣਾ ਕੇ ਅਗਲਾ ਭਾਜਕ ਤਿਆਰ ਕਰਨਾ ਹੈ। 12 ਸਾਡੇ ਕੋਲੇ ਇੱਕ ਹਿੱਸਾ ਹੈ ਭਾਜਕ ਦਾ, ਇੱਕ ਅੰਕ ਇੱਥੇ ਹੋਰ ਆਏਗਾ ਜਿਹੜਾ ਵਰਗਾਂ ਵਾਲਾ ਪਹਾੜਾ ਹੀ ਹੋਏਗਾ। ਉਹਦੇ ਮੁਤਾਬਕ ਅਸੀਂ ਇਸ ਦੀ ਜਿਹੜੀ ਵੰਡ ਕਿਰਿਆ ਨੂੰ ਪੂਰਾ ਕਰਾਂਗੇ। ਇਹਦੇ ਲਈ ਕੀ ਦੇਖਣਾ ਹੁੰਦਾ ਕਿ ਐਂਡ ਦੇ ਵਿੱਚ 6 ਹੈ, ਜਾਂ ਤਾਂ ਇੱਥੇ 4 ਨੂੰ 4 ਨਾਲ ਗੁਣਾ ਕਰਾਂਗੇ, ਚੌਕ ਚੌਕੀ 16 ਉਹਦੇ ਪਿੱਛੇ 6 ਆਏਗਾ, ਤੇ ਜਾਂ 6 ਨੂੰ 6 ਨਾਲ ਗੁਣਾ ਕਰਕੇ 36 ਉਹਦੇ ਨਾਲ ਪਿੱਛੇ 6 ਆਏਗਾ। ਅਸੀਂ ਸੰਖਿਆ 6 ਨੂੰ ਧਿਆਨ 'ਚ ਰੱਖਣਾ। ਅਸੀਂ ਪਹਿਲਾਂ 4 ਨੂੰ ਧਿਆਨ 'ਚ ਰੱਖ ਕੇ ਇੱਥੇ ਵੀ 4 ਲਗਾ ਕੇ ਇਸ 124 ਨੂੰ ਜਦੋਂ 4 ਨਾਲ ਮਲਟੀਪਲਾਈ ਕਰਾਂਗੇ, 4 ਚੌਕੇ 16, 12 ਚੌਕ 48 ਤੇ 49, ਯਾਨੀ ਕਿ ਸਾਡੇ ਕੋਲੇ ਇਹ ਰਕਮ ਪੂਰੀ ਵੰਡੀ ਗਈ। ਸਾਡੇ ਕੋਲੇ 4096
ਦਾ ਵਰਗਮੂਲ ਬਰਾਬਰ ਕਿੰਨਾ ਹੋ ਗਿਆ 64 यानी कि 64। प्रश्न नंबर 7 संख्या 15,625 का घनमूल पता करो यानी कि फाइंड द क्यूब रूट ऑफ 15,625। घनमूल ਨੂੰ ਅਸੀਂ ਇੰਗਲਿਸ਼ ਦੇ ਵਿੱਚ ਕਿਊਬ ਰੂਟ ਕਹਿੰਦੇ ਆ ਤਾਂ ਅਸੀਂ ਇਸ ਸੰਖਿਆ ਦਾ ਇਸ ਨੰਬਰ ਦਾ ਕਿਊਬ ਰੂਟ ਫਾਈਂਡ ਕਰਨ ਲਈ ਇਹਦੀ ਅਭਾਜ ਗੁਣਨਖੰਡ ਵਿਧੀ ਉਸ ਦੀ ਵਰਤੋਂ ਕਰਾਂਗੇ। 15,625 ਨੂੰ ਇਸ ਤਰ੍ਹਾਂ ਲਿਖ ਕੇ ਜਿਹੜਾ ਇਕਾਈ ਦਾ ਅੰਕ ਹੈ ਯਾਨੀ ਕਿ 1 ਦਾ ਅੰਕ ਹੈ ਜਿਹੜਾ ਉਹ ਅਗਰ ਜਿਸਤ ਯਾਨੀ ਕਿ ਈਵਨ ਨੰਬਰ ਹੋਵੇ ਤਾਂ ਇਹਨੂੰ 2 ਤੇ ਡਿਵਾਈਡ ਕਰਨਾ ਸੀ, ਪਰ ਉਹ ਔਡ ਨੰਬਰ ਹੈ। ਔਡ ਨੰਬਰ ਨੂੰ ਅਸੀਂ 3 ਤੇ ਡਿਵਾਈਡ ਕਰਨ ਲਈ ਕੋਸ਼ਿਸ਼ ਕਰਨੀ ਹੈ। ਪਹਿਲਾਂ ਚੈੱਕ ਕਰਦੇ ਹਾਂ ਕਿ ਡਿਵਿਜ਼ਿਬਿਲਿਟੀ ਹੈ ਕਿ ਨਹੀਂ। 5 + 2 7 + 6 13 + 5 18 + 1 19। ਜਿਹੜੀ ਸੰਖਿਆ ਦੇ ਅੰਕਾਂ ਦਾ ਜੋੜ 3 ਤੇ ਡਿਵਿਜ਼ੀਬਲ ਨਹੀਂ ਉਹ ਪੂਰੀ ਸੰਖਿਆ ਵੀ 3 ਤੇ ਡਿਵਿਜ਼ੀਬਲ ਨਹੀਂ ਹੁੰਦੀ, ਬਟ ਜਿਹੜੀ ਸੰਖਿਆ ਦਾ ਆਖਰੀ ਅੰਕ ਯਾਨੀ ਕਿ ਯੂਨਿਟ ਡਿਜਿਟ ਜਿਹੜਾ ਹੈ ਉਹ 5 ਹੋਵੇ ਤਾਂ ਉਹ 5 ਤੇ ਡਿਵਿਜ਼ੀਬਲ ਤਾਂ ਹੁੰਦਾ ਹੀ ਹੁੰਦਾ ਹੈ। ਆਪਾਂ ਇਹਨੂੰ 5 ਤੇ ਹੀ ਡਿਵਾਈਡ ਕਰਨਾ ਸ਼ੁਰੂ ਕਰਦੇ ਹਾਂ। ਜਦੋਂ ਅਸੀਂ ਇਸ 15 ਨੂੰ 5 ਤੇ ਡਿਵਾਈਡ ਕਰਾਂਗੇ ਅਸੀਂ 3 ਸਾਡਾ ਆਨਸਰ ਆਏਗਾ। ਫਿਰ 6 ਨੂੰ ਅਸੀਂ ਡਿਵਾਈਡ ਕਰਾਂਗੇ 5 1 ਦਾ 5 1 ਕੈਰੀ ਹੋ ਕੇ 12 ਹੋ ਜਾਏਗਾ। 5 2 10 2 ਜਿਹੜੇ ਇਹਦੇ ਚੋਂ ਰਿਮਾਈਂਡਰ ਬਚੇਗਾ ਉਹ ਇਸ 5 ਦੇ ਅੱਗੇ ਲੱਗ ਕੇ 25 ਤੇ ਆਪਾਂ 5 5 ਦਾ 25। ਇਸੇ ਤਰੀਕੇ ਨਾਲ ਆਪਾਂ ਫਿਰ ਦੁਬਾਰਾ 5 ਤੇ ਟਰਾਈ ਕਰਾਂਗੇ ਕਿਉਂਕਿ ਐਂਡ ਤੇ 5 ਹੈ। 5 6 ਦਾ 30 1 ਜਿਹੜਾ ਵਧੇਗਾ ਉਹ 2 ਦੇ ਅੱਗੇ ਲੱਗ ਕੇ 12 ਬਣ ਜਾਏਗਾ। 5 2 ਦਾ 10 ਫਿਰ 2 ਜਿਹੜੇ ਵਧਣਗੇ ਉਹ 5 ਦੇ ਅੱਗੇ ਲੱਗ ਕੇ 25 ਤੇ 5 5 ਦਾ 25। ਫਿਰ ਸਾਨੂੰ ਪਤਾ ਹੈ ਕਿ ਇਹ 5 ਤੇ ਡਿਵਾਈਡ ਹੋ ਜਾਏਗਾ। 625 ਨੂੰ ਜਦੋਂ ਅਸੀਂ ਡਿਵਾਈਡ ਕਰਾਂਗੇ 5 1 ਦਾ 5 1 ਕੈਰੀ 5 2 ਦਾ 10 5 5 ਦਾ ਅਗੇਨ ਆਪਾਂ ਇਸੇ ਹੀ ਨੰਬਰ ਨੂੰ ਜਿਹੜਾ 125 ਹੈ ਇਹਨੂੰ ਵੀ ਅੱਗੇ 5 ਤੇ ਡਿਵਾਈਡ ਕਰਦੇ ਜਾਣਾ ਕਿਉਂਕਿ ਜਦ ਤੱਕ ਐਂਡ 'ਚ 5 ਹੈ ਅਸੀਂ ਉਹਨੂੰ 5 ਤੇ ਡਿਵਾਈਡ ਕਰ ਸਕਦੇ ਹਾਂ। ਜਦੋਂ 125 ਨੂੰ 5 ਤੇ ਵੰਡਾਂਗੇ ਸਾਡੇ ਕੋਲੇ ਇੱਥੇ 25 ਆ ਜਾਏਗਾ ਕਿਉਂਕਿ ਪਹਾੜੇ ਯਾਦ ਹੈ ਤਾਂ 25 5 125 ਹੁੰਦਾ ਹੈ। ਫਿਰ 25 ਨੂੰ ਅਸੀਂ 5 ਤੇ ਵੰਡਾਂਗੇ ਤਾਂ ਉਹ 5 ਹੀ ਆ ਜਾਏਗਾ। ਫਿਰ 5 ਨੂੰ ਵੀ 5 ਤੇ ਹੀ ਵੰਡਾਂਗੇ ਤਾਂ ਉਹ 1 ਆ ਜਾਏਗਾ। ਇੱਥੋਂ ਤੱਕ ਅਸੀਂ ਇਹ ਜਿਹੜੀ ਅਭਾਜ ਗੁਣਨਖੰਡ ਵਿਧੀ ਰਾਹੀਂ ਆਪਣੀ ਕਿਰਿਆ ਨੂੰ ਜਾਰੀ ਰੱਖਣਾ ਹੈ। ਹੁਣ ਜਿਹੜੇ ਸਾਡੇ ਗੁਣਨਖੰਡ ਬਣੇ ਆ ਉਹਨਾਂ ਗੁਣਨਖੰਡਾਂ ਦੇ 3 3 ਦਾ ਸੈੱਟ ਬਣਾ ਲੈਣਾ। ਪਹਿਲਾਂ ਵੀ ਇਹ 3 ਦਾ ਸੈੱਟ ਹੈ 3 5 ਦਾ ਯਾਨੀ ਕਿ 3 × 5 ਇਹ ਅਗੇਨ 3 × 5। ਹੁਣ ਕਿਊਬ ਰੂਟ ਕੀ ਹੁੰਦਾ ਹੈ? ਕਿਊਬ ਰੂਟ ਕੀ ਹੁੰਦਾ ਹੈ ਕਿ ਜਿਹੜਾ ਸਾਡਾ ਨੰਬਰ ਹੈ 15625 ਇਹਦਾ ਕਿਊਬ ਰੂਟ ਕਿਵੇਂ ਲਿਖਿਆ ਜਾਂਦਾ ਹੈ? ਇੱਥੇ ਅਸੀਂ 3 ਪਾਵਾਂਗੇ। ਇਹਦਾ ਕਿਊਬ ਰੂਟ ਦੇ ਵਿੱਚ ਜਿਹੜਾ ਆਨਸਰ ਹੋਏਗਾ ਇਹ ਜਿਹੜੇ 3 ਦਾ ਸੈੱਟ ਬਣਿਆ ਉਸ ਚੋਂ ਓਨਲੀ 1 × 5 ਨੂੰ ਅਸੀਂ ਲਿਖਾਂਗੇ ਇੱਥੇ। ਇਸ ਤਰੀਕੇ ਨਾਲ ਇਨਟੂ ਮਲਟੀਪਲਾਈ ਕਰਾਂਗੇ। ਜਿਹੜਾ ਦੂਸਰਾ ਸੈੱਟ ਹੈ 3 5 ਦਾ ਉਹਨੂੰ ਅਸੀਂ 1 ਟਾਈਮ ਲਿਖਾਂਗੇ, ਇਹਨੂੰ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲੇ ਕੀ ਬਣ ਗਿਆ 25। ਯਾਨੀ ਕਿ ਕਲੀਅਰ ਹੈ ਕਿ 15,625 ਦਾ ਕਿਊਬ ਰੂਟ ਜਿਹੜਾ ਹੈ 5 × 5 25 is your answer। ਕੁਐਸਚਨ ਨੰਬਰ 8 ਵਿਅੰਜਕ 7x - 42 ਦੇ ਗੁਣਨਖੰਡ ਬਣਾਓ ਯਾਨੀ ਕਿ ਫੈਕਟਰਾਈਜ਼ ਦਾ ਐਕਸਪ੍ਰੈਸ਼ਨ 7x - 42। ਇੱਥੇ ਅਸੀਂ ਕੀ ਵੇਖਦੇ ਹਾਂ ਕਿ ਸਾਨੂੰ ਜਿਹੜਾ ਗਿਵਨ ਐਕਸਪ੍ਰੈਸ਼ਨ ਹੈ ਉਹ ਬਾਈਨੋਮੀਅਲ ਹੈ ਯਾਨੀ ਕਿ ਦੋ-ਪਦੀ ਵਿਅੰਜਕ ਹੈ। ਦੋ-ਪਦੀ ਵਿਅੰਜਕ ਦੇ ਵਿੱਚ ਕੀ ਕਰੀਦਾ ਜਿਹੜਾ ਪਹਿਲਾ ਪਾਰਟ ਹੈ ਉਹਦੀ ਅਸੀਂ ਫੈਕਟਰਾਈਜ਼ ਕਰਾਂਗੇ ਉਹ ਹੋ ਜਾਏਗਾ 7 × x। ਮਾਈਨਸ ਤੋਂ ਬਾਅਦ ਦੂਸਰਾ ਪਾਰਟ ਹੈ ਜਿਹੜਾ ਉਹਦੇ ਵਿੱਚੋਂ ਵੀ ਜੇ ਅਸੀਂ 7 ਸਾਈਡ ਤੇ ਰੱਖਣਾ ਹੋਵੇ ਤਾਂ ਉਹਦੇ ਨਾਲ 6 ਮਲਟੀਪਲਾਈ ਕਰਾਂਗੇ ਯਾਨੀ ਕਿ 42 ਇਜ਼ ਨਾਓ ਕਨਵਰਟਡ ਇਨਟੂ 7 × 6 and 7x is converted into 7 × x। ਹਲੇ ਇਹ ਫੈਕਟਰਸ ਨਹੀਂ ਬਣੇ ਕਿਉਂਕਿ ਬਾਈਨੋਮੀਅਲ ਹੈ। ਬਾਈਨੋਮੀਅਲ ਦੇ ਵਿੱਚੋਂ ਜਿਹੜਾ ਕਾਮਨ ਹੈ ਅਗਰ ਆਊਟ ਕੱਢ ਦਿਆਂਗੇ ਅਸੀਂ ਬਾਹਰ ਕੱਢ ਦਿਆਂਗੇ ਇੱਕ ਬ੍ਰੈਕਟ ਦਾ ਇਸਤੇਮਾਲ ਕਰਕੇ ਇੱਕ ਬ੍ਰੈਕਟ ਦੀ ਵਰਤੋਂ ਕਰਕੇ ਜਿਹੜਾ ਸਾਡਾ ਕਾਮਨ ਫੈਕਟਰ ਹੈ ਦੋਨਾਂ ਦਾ ਉਹਨੂੰ ਜਦੋਂ ਅਸੀਂ ਆਊਟ ਲਿਖਾਂਗੇ ਅੰਦਰ ਕੀ ਹੋਏਗਾ ਇੱਥੇ ਤਾਂ x ਰਹਿ ਜਾਏਗਾ ਕਿਉਂਕਿ 7 ਆਊਟ ਹੈ। 7 × 6 ਚੋਂ ਵੀ 7 ਆਊਟ ਹੈ ਮਾਈਨਸ ਤੋਂ ਬਾਅਦ ਓਨਲੀ 6 ਰਹਿ ਜਾਏਗਾ ਯਾਨੀ ਕਿ ਇਸ ਐਕਸਪ੍ਰੈਸ਼ਨ 7x - 42 ਦੇ ਜਿਹੜੇ ਫੈਕਟਰਸ ਹੈ ਯਾਨੀ ਕਿ ਗੁਣਨਖੰਡ ਉਹ 7 ਤੇ ਦੂਜਾ ਫੈਕਟਰ ਕੀ ਬਣ ਗਿਆ x - 6। ਤੁਸੀਂ ਪਹਿਲੇ ਫੈਕਟਰ ਨੂੰ ਵੀ ਬ੍ਰੈਕਟ 'ਚ ਲਿਖ ਸਕਦੇ ਹੋ
ਤੇ ਪਹਿਲੇ ਫੈਕਟ ਮੋਨੋਮੀਅਲ ਹੋਣ ਕਰਕੇ ਬਿਨਾ ਬ੍ਰੈਕਟ ਤੋਂ ਵੀ ਲਿਖ ਸਕਦੇ ਹੋ। ਤਾਂ ਇਹ ਸੀਗੇ ਤੁਹਾਡੇ ਫੈਕਟਰਸ ਆਫ 7x - 42। क्वेश्चन नंबर 9, एक वस्तु का अंकित मूल्य यानी कि मार्केट प्राइस इज 1200 रुपए 1200 रुपए है जिस ते 12% सेवा कर लगता है। 12% ਜਿਹੜਾ है ਉਹ GST लगता है। वस्तु का ਵੇਚ ਮੁੱਲ पता करो, यानी कि ਜਦੋਂ ਵੀ ਅਸੀਂ ਕੋਈ ਮਾਰਕੀਟ ਚੀਜ਼ ਖਰੀਦਣ ਜਾਵਾਂਗੇ ਜਿਹੜਾ ਉਹਦਾ ਮਾਰਕੀਟ ਪ੍ਰਾਈਸ ਹੋਏਗੀ ਉਸ ਦੇ ਉੱਪਰ ਸਾਨੂੰ ਕੁਝ ਹੋਰ ਮਨੀ ਐਕਸਟਰਾ ਟੈਕਸ ਦੀ ਫਾਰਮ ਦੇ ਵਿੱਚ ਟੈਕਸ ਦੇ ਰੂਪ ਵਿੱਚ ਦੇਣਾ ਪਊਗਾ। ਜੇ ਉਹਦੀ ਮਾਰਕੀਟ ਪ੍ਰਾਈਸ ਜਿਹੜੀ MP ਹੈ ਬਾਜ਼ਾਰੀ ਮੁੱਲ ਹੈ ਉਹ 1200 ਹੈ, ਉਸ ਤੇ ਸਾਨੂੰ ਕੈਲਕੂਲੇਸ਼ਨ ਕਰਨੀ ਪਏਗੀ 12% GST। ਜੇ ਇੱਥੇ ਘੱਟ ਵੱਧ ਹੋਵੇ ਅਸੀਂ ਉਹਦੇ ਅਕੋਰਡਿੰਗ ਕੈਲਕੂਲੇਟ ਕਰਾਂਗੇ। ਇੱਥੇ 12% ਹੈ ਤਾਂ 1200 ਉੱਤੇ 12% ਕਿਵੇਂ ਕੈਲਕੂਲੇਟ ਹੁੰਦਾ ਹੈ? 1200 ਗੁਣਾ 12/100, ਯਾਨੀ ਕਿ ਇਹ परसेंट है जिहड़ा इहनूं रिमूव करके असीं नीचे डिनोमीनेटर यानी कि हर बनाता। 1200 का 12% कितना होएगा? सॉल्व करके हुणे पता लग जू। 2 0 नाल 2 सिफर कट के 12 गुणा 12 तो आपां नूं पता 144 है। तो 144 रुपए है तो यह साडा टैक्स बन गया। हुण वो चीज़ विकूगी किन्नी, यानी कि उहदा जिहड़ा अंकित मुੱਲ है ਉਹਦਾ ਅਸੀਂ देना ही देना सीगा 1200, पर प्लस ਅਸੀਂ ਉਹਦੇ ਨਾਲ GST भी देवांगे 144 रुपए। तो हुण टोटल किन्नी हो गई? 1200 1344 रुपए जिहड़ा हैगा ਉਹਦਾ ਵੇਚ ਮੁੱਲ बन जूगा। ਇਹ है साडा आंसर। भाग आड़ा ਦਾ ही प्रश्न नंबर 10, 14 मीटर उच्चे एक बिजली ਦੇ ਖੰਭੇ ਦਾ ਪਰਛਾਵਾਂ 10 मीटर है। समान स्थितियां विच ਉਸੇ ਵੇਲੇ ਰੁੱਖ ਦੀ ਉਚਾਈ ਪਤਾ ਕਰੋ ਜਿਸ ਦਾ ਪਰਛਾਵਾਂ 15 मीटर ਹੋਵੇ। ਛੋਟਾ ਜਿਹਾ ਕੰਮ ਕਰੋ, ਇੱਕ ਰਾਈਟ ਐਂਗਲ ਬਣਾ ਲਓ, ਇੱਕ ਹੋਰ ਰਾਈਟ ਐਂਗਲ ਜਿਹਨੂੰ ਅਸੀਂ ਸਮਕੋਣ ਕਹਿੰਦੇ ਆ। ਤਾਂ ਇਹ ਰਾਈਟ ਐਂਗਲ ਜਿਹੜਾ ਹੈਗਾ ਇਹ ਕੋਈ ਸਿੱਧੀ ਖੜੀ ਹੋਈ ਚੀਜ਼ ਦਾ ਸੰਕੇਤ ਹੈ ਤੇ ਜਿਹੜੀ ਲੇਟਵੀਂ ਜ਼ਮੀਨ ਦੇ ਉੱਤੇ ਜਿਹੜੀ ਇਹ ਲਾਈਨ ਹੈ ਇਹ ਪਰਛਾਵੇਂ ਦਾ ਸੰਕੇਤ ਹੈ। ਪਹਿਲਾਂ ਆਪਾਂ ਵੇਖਦੇ ਹਾਂ 14 ਮੀਟਰ ਉੱਚੇ ਇੱਕ ਬਿਜਲੀ ਦੇ ਖੰਭੇ ਦਾ ਪਰਛਾਵਾਂ 10 ਮੀਟਰ ਹੈ। ਤਾਂ ਆਪਾਂ ਖੰਭੇ ਦੇ ਪਰਛਾਵੇਂ ਨੂੰ 10 ਮੀਟਰ ਲਿਖ ਲੈਂਦੇ ਆ ਤੇ ਜਿਹੜੀ ਉਹਦੀ ਉਚਾਈ ਹੈ ਉਹ ਲਿਖ ਲੈਂਦੇ ਆ 14 ਮੀਟਰ। ਹੁਣ ਸਾਨੂੰ ਦੂਸਰੇ ਕੇਸ ਦੇ ਵਿੱਚ ਕੀ ਦਿੱਤਾ ਗਿਆ ਹੈ? ਪਰਛਾਵੇਂ ਦੀ ਲੰਬਾਈ ਤਾਂ 15 ਮੀਟਰ ਦੇ ਦਿੱਤੀ ਹੈ, ਪਰ ਉਸ ਰੁੱਖ ਦੀ ਉਚਾਈ ਨੂੰ ਅਸੀਂ x ਮੀਟਰ ਲੈਟ ਕਰਾਂਗੇ। ਹੁਣ ਇਹ ਸਿੱਧੇ ਸਮਾਨ ਅਨੁਪਾਤ ਦਾ ਪ੍ਰਸ਼ਨ ਹੈ। ਜੇ ਕੋਈ ਚੀਜ਼ ਜ਼ਿਆਦਾ ਉੱਚੀ ਹੈ ਪਰਛਾਵਾਂ ਜ਼ਿਆਦਾ ਲੰਬਾਈ ਵਾਲਾ ਹੋਏਗਾ, ਜੇ ਕੋਈ ਘੱਟ ਉੱਚੀ ਹੈ ਪਰਛਾਵਾਂ ਘੱਟ ਉਚਾਈ ਵਾਲਾ ਹੋਵੇਗਾ। ਉਸੇ ਸਮੇਂ ਤੇ ਜਿਹੜੀ ਇਹਨਾਂ ਨੇ ਸਥਿਤੀਆਂ ਦੀ ਗੱਲ ਕੀਤੀ ਹੈ। ਤਾਂ ਹੁਣ ਸਿੱਧਾ ਸਮਾਨ ਅਨੁਪਾਤ ਦੇ ਵਿੱਚ ਕੀ ਹੁੰਦਾ ਹੈ? ਤੁਸੀਂ 14/10 ਲਿਖ ਲਓ ਤੇ ਉਸ ਤੋਂ ਬਾਅਦ x/15 ਯਾਨੀ ਕਿ ਅਨੁਪਾਤ ਬਣਾ ਲਓ ਪਹਿਲੀਆਂ ਦੋ ਰਾਸ਼ੀਆਂ ਦਾ ਜਿਹੜੀਆਂ ਸਾਡੇ ਖੰਭੇ ਤੇ ਪਰਛਾਵੇਂ ਨਾਲ ਸੰਬੰਧਿਤ ਹੈ, ਦੂਸਰੀਆਂ ਦੋ ਰਾਸ਼ੀਆਂ ਦਾ ਅਨੁਪਾਤ ਉਚਾਈ x ਬਣ ਗਈ ਤੇ ਅਸੀਂ 15 ਮੀਟਰ ਪਰਛਾਵਾਂ ਲਿਖ ਕੇ ਉਹਦਾ ਵੀ ਇੱਕ ਅਨੁਪਾਤ ਬਣਾ ਲਿਆ। ਦੋਨੇ ਅਨੁਪਾਤ ਸਿੱਧੇ ਸਮਾਨ ਅਨੁਪਾਤ ਹੋਣ ਵਿੱਚ ਅਸੀਂ ਇਕੁਅਲ ਟੂ ਦਾ ਸਾਈਨ ਯੂਜ਼ ਕਰਾਂਗੇ। ਇਹ ਇਕੁਏਸ਼ਨ ਬਣ ਗਈ। ਇਹਨੂੰ ਆਪਾਂ ਸਿੰਪਲੀਫਾਈ ਕਰਾਂਗੇ। x ਦੀ ਵੈਲਿਊ ਹੀ ਸਾਡਾ ਆਨਸਰ ਹੋਏਗਾ, ਯਾਨੀ ਕਿ ਰੁੱਖ ਦੀ ਉਚਾਈ ਹੋਏਗੀ। ਇਹ ਜਿਹੜਾ 15 ਹੈ ਜੇ ਇਹਨੂੰ ਇੱਧਰ ਸ਼ਿਫਟ ਕਰ ਦਈਏ ਤਾਂ ਸਾਡੇ ਕੋਲੇ 15 ਇੱਥੇ ਆ ਜਾਏਗਾ, 10 ਪਹਿਲਾਂ ਹੀ ਹੇਠ ਹੈ, ਆਪਾਂ ਇੱਥੋਂ 15 ਕੱਟ ਦਈਏ, ਯਾਨੀ ਕਿ x ਦੀ ਵੈਲਿਊ 15 × 14/10 ਹੈ। ਪਹਿਲਾਂ ਆਪਾਂ 5 ਦੇ ਟੇਬਲ ਤੇ 5 2s are 10, 5 3s are 15, 2 ਨੇ 14 ਨੂੰ ਕੈਨਸਲ ਕਰ ਦੇਣਾ 7, ਉੱਪਰ ਇੱਕ 3 ਹੈ ਇੱਕ 7 ਹੈ, ਯਾਨੀ ਕਿ x ਦੀ ਵੈਲਿਊ ਜਿਹੜੀ ਹੈ ਸਾਡੇ ਕੋਲੇ x = 3 × 7 21 ਮੀਟਰ, ਯਾਨੀ ਕਿ ਉਸ ਸਥਿਤੀ ਵਿੱਚ ਸਾਡੇ ਰੁੱਖ ਦੀ ਉਚਾਈ ਅਸੀਂ ਪਤਾ ਕਰਤੀ ਉਹ ਕਿੰਨੀ ਹੋਏਗੀ? 21 ਮੀਟਰ। ਪ੍ਰਸ਼ਨ ਨੰਬਰ 11, ਉਚਿਤ ਤਤਸਮਕ ਵਰਤੋਂ ਕਰਦੇ ਹੋਏ 2y + 5 ਤੇ ਬ੍ਰੈਕਟ ਦੇ ਵਿੱਚ ਫੇਰ 2y + 5 ਦਾ ਮੁੱਲ ਪਤਾ ਕਰੋ। ਪਿਆਰੇ ਵਿਦਿਆਰਥੀਓ, ਤੁਹਾਨੂੰ ਪਤਾ ਹੈ ਕਿ ਜਦੋਂ ਅਸੀਂ ਦੋ ਪਦੀ ਵਿਅੰਜਕਾਂ ਦੀ ਦੋ ਪਦੀ ਵਿਅੰਜਕ ਨਾਲ ਹੀ ਗੁਣਾ ਕਰਦੇ ਹਾਂ, ਯਾਨੀ ਕਿ ਬਾਈਨੋਮੀਅਲ ਇਨਟੂ ਬਾਈਨੋਮੀਅਲ ਕਰਦੇ ਹਾਂ, ਤਾਂ ਇੱਕ ਵਿਸ਼ੇਸ਼ ਢੰਗ ਨਾਲ ਅਸੀਂ ਉਹਨਾਂ ਦੀ ਗੁਣਾ ਕਰਦੇ ਹਾਂ, ਯਾਨੀ ਕਿ ਫਸਟ ਨੂੰ ਵੀ ਸਾਰੀ ਬ੍ਰੈਕਟ ਨਾਲ ਗੁਣਾ ਤੇ ਸੈਕੰਡ ਪਾਰਟ ਨੂੰ ਵੀ ਸਾਰੀ ਬ੍ਰੈਕਟ ਨਾਲ ਗੁਣਾ। ਸਾਡੇ ਕੋਲੇ ਅੱਗੇ ਆਨਸਰ 4 ਪਾਰਟ ਵਿੱਚ ਆ ਜਾਂਦਾ ਹੈ, ਪਰ ਉਹਨਾਂ ਵਿੱਚੋਂ ਕੋਈ ਪਾਰਟ ਲਾਈਕ ਹੋਣ ਤਾਂ ਉਹ ਐਡ ਜਾਂ ਸਬਟਰੈਕਟ ਹੋ ਕੇ ਸਾਡਾ
3 ਪਾਰਟ ਵਿੱਚ ਆਨਸਰ ਆ ਜਾਂਦਾ ਹੈ। ਕਈ ਵਾਰੀ ਕੱਟ ਹੋ ਜਾਂਦਾ ਹੈ, ਪਲੱਸ ਤੇ ਮਾਈਨਸ ਸਾਡਾ 2 ਪਾਰਟ ਜਿਹੜਾ ਹੈਗਾ ਉਹਦੇ ਵਿੱਚ ਵੀ ਆਨਸਰ ਆਉਂਦਾ ਹੈ। ਪਰ ਜਦੋਂ ਅਸੀਂ ਵਿਸ਼ੇਸ਼ ਗੁਣਨਫਲ ਪਤਾ ਕਰਦੇ ਹਾਂ, ਇਹੋ ਜਿਹੇ ਬਾਈਨੋਮੀਅਲ ਨਾਲ ਗੁਣਾ ਕਰਦੇ ਹਾਂ ਜਿਹੜੇ ਕਿ ਪਹਿਲਾ ਪਦ ਵੀ ਸਮਾਨ ਹੋਵੇ, ਦੂਸਰਾ ਪਦ ਵੀ ਸਮਾਨ ਹੋਵੇ, ਵਿਚਾਲੇ ਚਿੰਨ੍ਹ ਵੀ ਸਮਾਨ ਹੋਵੇ, ਤਾਂ ਅਸੀਂ ਉਸ ਨੂੰ ਵਿਸ਼ੇਸ਼ ਗੁਣਨਫਲ ਯਾਨੀ ਕਿ ਤਤਸਮਕ ਕਹਿੰਦੇ ਆ। ਫੋਰ ਐਗਜ਼ਾਮਪਲ, ਜੇ ਤੁਹਾਡੇ ਕੋਲ ਕੋਈ ਨੰਬਰ x ਦੂਜਾ ਨੰਬਰ y ਹੈ, ਅਸੀਂ ਇਹਨੂੰ ਆਪਣੇ ਆਪ ਨਾਲ ਹੀ ਗੁਣਾ ਕਰਨਾ ਹੈ, x ਨੂੰ y ਨਾਲ ਗੁਣਾ ਕਰਨਾ ਹੈ, ਤਾਂ ਸਾਡੇ ਕੋਲੇ ਇਹ ਪਤਾ ਕੀ ਬਣ ਗਿਆ, ਇਹ x ਪਲੱਸ y ਹੋਲ ਸਕੁਅਰ ਬਣ ਜਾਂਦਾ ਹੈ। ਤੇ ਜਿਹੜਾ ਇਹਨਾਂ ਦਾ ਗੁਣਨਫਲ ਹੈ ਅਸੀਂ ਰੱਟੇ ਲਗਾਏ ਹੋਏ ਹੈ, x ਸਕੁਅਰ ਪਲੱਸ 2xy ਪਲੱਸ y ਸਕੁਅਰ। ਇਹ ਸਾਡੀ ਬਾਇਨੋਮੀਅਲ ਇਨਟੂ ਬਾਇਨੋਮੀਅਲ ਯਾਨੀ ਕਿ ਵਿਸ਼ੇਸ਼ ਗੁਣਨਫਲਾਂ ਨਾਲ ਸੰਬੰਧਿਤ ਪਹਿਲੀ ਤਤਸਮਕ ਹੈ। ਹੁਣ ਸਾਡਾ ਜਿਹੜਾ ਇਹ ਵਾਲਾ ਪ੍ਰਸ਼ਨ ਹੈ, ਇਹਦਾ ਜਿਹੜਾ ਮਿਲਾਨ ਆ ਉਹ ਇਹਦੇ ਨਾਲ ਕਰੀਏ ਤਾਂ ਤੁਹਾਨੂੰ ਪਤਾ ਲੱਗਿਆ ਕਿ ਇੱਥੇ ਜਿਹੜੀ ਤਤਸਮਕ ਦੀ ਵਰਤੋਂ ਹੋਣੀ ਹੈ, ਇਸੇ ਤਤਸਮਕ ਦੀ ਵਰਤੋਂ ਹੀ ਹੋਣੀ ਹੈ। ਤਾਂ ਆਪਾਂ ਲਿਖਾਂਗੇ x ਪਲੱਸ y ਦੇ ਹੇਠਾਂ 2y ਪਲੱਸ 5। ਕਿਉਂਕਿ ਦੂਸਰੀ ਬ੍ਰੈਕਟ ਦੇ ਵਿੱਚ ਵੀ ਸੇਮ ਹੈ 2x ਪਲੱਸ y। ਹੁਣ ਅਸੀਂ ਇਹਨੂੰ ਕੀ ਬਣਾ ਲਾਂਗੇ ਵੀ ਐਕਚੁਅਲੀ ਤਾਂ ਇਹ 2x ਪਲੱਸ y ਹੋਲ ਸਕੁਅਰ ਹੈ, ਜਦੋਂ ਸੇਮ ਇਨਟੂ ਸੇਮ ਹੋਵੇ ਪਾਵਰ 2 ਹੋ ਜਾਂਦੀ ਹੈ। ਤੇ ਇਸ ਤਤਸਮਕ ਨੂੰ ਅਸੀਂ ਓਰਲੀ ਹੱਲ ਕਰਦੇ ਹਾਂ ਤਾਂ ਸਾਨੂੰ ਪਤਾ ਹੈ ਕਿ ਜਿਹੜਾ ਸਭ ਤੋਂ ਪਹਿਲਾ ਜਿਹੜਾ ਹੁੰਦਾ ਹੈ ਪਾਰਟ, ਉਹਦਾ ਸਕੁਅਰ ਬਣ ਜਾਂਦਾ। ਜਿਵੇਂ ਇੱਥੇ x ਦਾ ਸਕੁਅਰ ਬਣਿਆ, ਇਸ ਸਮ ਦੇ ਵਿੱਚ 2y x ਨੂੰ ਰਿਪਲੇਸ ਕਰੇਗੀ ਤੇ ਉੱਥੇ 2y ਦਾ ਸਕੁਅਰ ਬਣ ਜਾਏਗਾ। ਪਲੱਸ 2 ਨੇ ਉਦਾਂ ਹੀ ਰਹਿਣਾ ਹੈ, 2 ਦੇ ਨਾਲ ਮਲਟੀਪਲਾਈ x ਹੈ, ਉੱਥੇ ਵੀ ਅਸੀਂ ਜਿਹੜਾ x ਦੇ ਨੂੰ ਰਿਪਲੇਸ ਕਰਨ ਵਾਲੀ ਵੈਲਿਊ ਸਮ ਵਾਲੀ ਹੈਗੀ ਆ ਉਹ 2y ਹੀ ਲਿਖਾਂਗੇ। ਫਿਰ ਮਲਟੀਪਲਾਈ ਹੋਣਾ y ਨੇ, ਤਾਂ ਸਾਡੇ ਤਤਸਮਕ ਦੇ ਹੇਠਾਂ ਅਸੀਂ y ਦੀ ਵੈਲਿਊ 5 ਬਣ ਗਈ, ਤਾਂ ਇੱਥੇ ਅਸੀਂ 5 ਨੂੰ ਮਲਟੀਪਲਾਈ ਕਰਾਂਗੇ। ਐਂਡ ਦੇ ਵਿੱਚ ਅਸੀਂ ਪਲੱਸ ਦਾ ਸਾਈਨ ਪਾ ਕੇ ਜਿਹੜਾ ਸਾਡਾ ਤਤਸਮਕ ਆ ਉਹਦੇ ਚ y ਸਕੁਅਰ ਹੈ, ਤੇ ਇੱਥੇ ਜਾ ਕੇ ਫਿਰ ਸਾਡਾ 5 ਸਕੁਅਰ ਬਣ ਜੂ, ਕਿਉਂਕਿ y ਦੀ ਜਗ੍ਹਾ ਦੇ ਉੱਤੇ 5 ਅਸੀਂ ਲਿਖ ਰਹੇ ਹਾਂ। x ਦੀ ਜਗ੍ਹਾ ਤੇ 2x, ਪਲੱਸ ਦੀ ਜਗ੍ਹਾ ਤੇ ਪਲੱਸ, y ਦੀ ਜਗ੍ਹਾ ਤੇ 5। ਤਾਂ ਰਾਈਟ ਹੈਂਡ ਸਾਈਡ ਦੇ ਵਿੱਚ ਵੀ ਅਸੀਂ ਇਵੇਂ ਹੀ ਸਾਰੀਆਂ ਵੈਲਿਊ ਜਦੋਂ ਰਿਪਲੇਸ ਕਰਾਂਗੇ ਤਾਂ ਹੁਣ ਇਹਨੂੰ ਸਿੰਪਲੀਫਾਈ ਕਰਾਂਗੇ। 2 ਦਾ ਸਕੁਅਰ 4, y ਦਾ ਸਕੁਅਰ y ਸਕੁਅਰ, 2 into 2 4, 5 ਦਾ 20 ਯਾਨੀ ਕਿ 20 ਤੇ y ਇਕੱਲੀ ਹੈ, ਪਲੱਸ ਐਂਡ ਦੇ ਉੱਤੇ 5 ਦਾ ਸਕੁਅਰ 25। ਯਾਨੀ ਕਿ ਇਸ ਦੋ ਬ੍ਰੈਕਟਾਂ ਦਾ ਜਿਹੜਾ ਫਾਰਮੂਲੇ ਦੀ ਵਰਤੋਂ ਕਰਨ ਉਪਰੰਤ ਆਨਸਰ ਆਇਆ ਹੈ ਉਹ ਕੀ ਹੈ, y ਸਕੁਅਰ ਅੱਗੇ 4 ਹੋਏਗਾ, 4y ਸਕੁਅਰ ਪਲੱਸ 20y ਪਲੱਸ 25। ਤਾਂ ਇਹ ਸਾਡਾ ਆਨਸਰ ਹੈ। ਸੋ ਇਸ ਦੇ ਨਾਲ ਹੀ ਭਾਗ ਆੜਾ ਦੇ 4 ਤੋਂ ਲੈ ਕੇ 11 ਤੱਕ ਦੇ ਪ੍ਰਸ਼ਨ ਇੱਥੇ ਸਮਾਪਤ ਹੁੰਦੇ ਆ। ਅਗਲੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਭਾਗ ਈਡੀ ਨਾਲ ਸੰਬੰਧਿਤ ਪ੍ਰਸ਼ਨਾਂ ਦਾ ਉੱਤਰ, ਤੇ ਉਹਨਾਂ ਦੇ ਇੰਤਜ਼ਾਰ ਕਰੋ। ਤੁਹਾਡਾ ਸਾਰਿਆਂ ਦਾ ਮੋਂਗਾ ਸਰ ਦੀ ਮੈਥਸ ਕਲਾਸ ਵੱਲੋਂ ਬਹੁਤ ਬਹੁਤ ਧੰਨਵਾਦ।